ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ 99ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਗਵਾਰੜ ਮਹੱਲਾ ਪੰਜਵਾਂ। ਕਲਯੁਗ ਮੇਂ ਮਿਲ ਆਏ ਸੰਜੋਗ, ਜਿਚਰ ਆ ਗਿਆ ਤਿਚਰ ਭੋਗੇ ਭੋਗ। ਜਲੇ ਨ ਪਾਈਏ ਰਾਮ ਸਨੇਹੀ, ਕਿਰਤ ਸੰਜੋਗ ਸਤੀ ਉਠ ਹੋਈ ਰਹਾਓ। ਦੇਖਾ ਦੇਖੀ ਮਨ ਹਠ ਜਲ ਜਾਈਏ, ਪ੍ਰੀ ਸੰਗ ਨ ਭਾਵੇ ਬਹੁ ਜੋ ਨ ਪਵਾਈਏ। ਸੀਲ ਸੰਜਮ ਪ੍ਰੀ ਆਗਿਆ ਮਾਨੇ, ਤਿਸ ਨਾਰੀ ਕੋ ਦੁਖ ਨ ਜਮਾਨੇ। ਕਉ ਨਾਨਕ ਜਿਨ ਪ੍ਰਯੋ ਪਰਮੇਸ਼ਰ ਕਰ ਜਾਣਿਆ, ਤਨ ਸਤੀ ਦਰਗੇ ਪਰਵਾਨਿਆ। ਸੀਲ ਸੰਜਮ ਪ੍ਰੀ ਆਗਿਆ ਮਾਨੇ, ਤਿਸ ਨਾਰੀ ਕਉ ਦੁਖ ਨ ਸਮਾਨੇ ਜਮਾਨੇ। ਕਉ ਨਾਨਕ ਜਿਨ ਪ੍ਰਯੋ ਪਰਮੇਸ਼ਰ ਕਰ ਜਾਣਿਆ, ਤਨ ਸਤੀ ਦਰਗੇ ਪਰਵਾਨਿਆ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਅਸੀਂ ਸਾਰੇ ਜੀਵ ਪਿਛਲੇ ਸੰਜੋਗਾਂ ਦੇ ਕੀਤੇ ਹੋਏ ਕਰਮ ਅਤੇ ਸੰਜੋਗਾਂ ਦੇ ਕਰਕੇ ਮੇਲ ਕਰਕੇ ਕਲਯੁਗ ਵਿੱਚ ਫਿਰ ਆਏ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਤਨਾ ਚਿਰ ਉਸ ਪਰਮੇਸ਼ਰ ਦੀ ਆਗਿਆ ਹੈ ਉਤਨਾ ਚਿਰ ਅਸੀਂ ਆਪੋ ਆਪਣੇ ਕੀਤੇ ਕਰਮਾਂ ਦਾ ਫਲ ਭੋਗਦੇ ਹਾਂ ਜੀ। ਭਾਵ ਸਾਡੀ ਗੁਰਬਾਣੀ ਸਾਨੂੰ ਇਹ ਦੱਸਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹਾਂ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਸਾੜਨ ਨਾਲ ਉਹ ਪਿਆਰਾ ਗੁਰਸ਼ਬਦ ਗੁਰਬਾਣੀ ਨਾਮ ਰੂਪ ਰਾਮ ਪ੍ਰਾਪਤ ਨਹੀਂ ਕਰ ਸਕੀਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਿਛਲੇ ਜਨਮਾਂ ਦੇ ਪਏ ਸੰਜੋਗਾਂ ਦੀ ਕਿਰਤ ਕਰਕੇ ਹੀ ਭੁੱਲੀ ਹੋਈ ਇਸਤਰੀ ਝੱਟ ਉੱਠ ਕੇ ਪਤੀ ਨਾਲ ਸਤੀ ਹੋ ਜਾਂਦੀ ਹੈ ਜੀ। ਭਾਵ ਸੜ ਜਾਂਦੀ ਹੈ ਜੀ। ਭਾਵ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਜਦੋਂ ਕਿਸੇ ਪਤਨੀ ਦਾ ਪਤੀ ਮਰ ਜਾਂਦਾ ਸੀ ਅਤੇ ਉਸ ਵਿਚਾਰੀ ਨੂੰ ਉਸਦੇ ਨਾਲ ਹੀ ਸਾੜ ਦਿੱਤਾ ਜਾਂਦਾ ਸੀ। ਇਹ ਉਸ ਸਮੇਂ ਦਾ ਰਿਵਾਜ਼ ਸੀ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਹੜੀ ਇਸਤਰੀ ਵੇਖਾ ਵੇਖੀ ਭੇਡ ਚਾਲ ਅਨੁਸਾਰ ਮਨ ਦੇ ਹਠ ਨਾਲ ਅੱਗ ਵਿੱਚ ਸੜ ਕੇ ਮਰ ਜਾਂਦੀ ਹੈ ਜੀ, ਉਹ ਪਤੀ ਦਾ ਸੰਗ ਨਹੀਂ ਪਾ ਸਕਦੀ ਜੀ। ਭਾਵ ਪਤੀ ਦੇ ਨਾਲ ਸੜ ਕੇ ਮਰ ਜਾਣ ਨਾਲ ਵੀ ਉਹ ਅਗਲੇ ਜਨਮ ਵਿੱਚ ਪਤੀ ਦਾ ਸਾਥ ਨਹੀਂ ਪਾ ਸਕਦੀ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਪਤੀ ਦਾ ਸੰਗ ਨਾ ਪਾ ਸਕਦੀ ਹੈ ਔਰ ਨਾ ਹੀ ਇਹ ਕੋਈ ਜ਼ਰੂਰੀ ਹੈ ਕਿ ਉਹ ਪਾਏਗੀ। ਫਿਰ ਗੁਰੂ ਜੀ ਕਹਿੰਦੇ ਹਨ, ਸਗੋਂ ਉਹ ਬਹੁਤ ਜੂਨਾਂ ਵਿੱਚ ਫਿਰਦੀ ਰਹਿੰਦੀ ਹੈ ਜੀ, ਕਿਉਂਕਿ ਉਹਦੇ ਮਨ ਦੀ ਇੱਛਾ ਕਿ ਮੈਂ ਆਪਣੇ ਪਤੀ ਨਾਲ ਹੀ ਸਰ ਮਰ ਜਾਣਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਹੜੀ ਇਸਤਰੀ ਸੀਲ ਸੁਭਾਅ ਵਾਲੀ ਸੰਜਮ ਵਾਲੀ ਪਤੀ ਦੀ ਆਗਿਆ ਮੰਨਦੀ ਹੈ ਜੀ, ਉਸ ਇਸਤਰੀ ਨੂੰ ਮਰਨ ਮਗਰੋਂ ਜਮਾਂ ਦਾ ਦੁੱਖ ਨਹੀਂ ਲੱਗਦਾ ਜੀ। ਭਾਵ ਜੋ ਗੁਰਮੁਖ ਰੂਪ ਇਸਤਰੀ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੁੜਦੇ ਹਨ ਜੀ, ਉਹਨਾਂ ਨੂੰ ਜਨਮ ਮਰਨ ਦਾ ਡਰ ਨਹੀਂ ਰਹਿੰਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜਿਸ ਗੁਰੂ ਰੂਪ ਇਸਤਰੀ ਗੁਰਮੁਖ ਰੂਪ ਇਸਤਰੀ ਨੇ ਪਤੀ ਪਰਮੇਸ਼ਰ ਕਰਕੇ ਜਾਣਿਆ ਸੀ ਜੀ, ਸਹੀ ਅਰਥਾਂ ਵਿੱਚ ਉਹ ਗੁਰਮੁਖ ਰੂਪ ਸਤੀ ਤੰਤਾ ਯੋਗ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਰੱਬੀ ਦਰਗਾਹ ਵਿੱਚ ਵੀ ਉਹ ਹੀ ਪਰਵਾਨੀ ਜਾਂਦੀ ਹੈ ਜੀ।
ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਦੀ ਇਸ ਪੰਕਤੀ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ, ਸੀਲ ਸੰਜਮ ਪ੍ਰੀ ਆਗਿਆ ਮਾਨੇ, ਤਿਸ ਨਾਰੀ ਕੋ ਦੁੱਖ ਨਾ ਜਮਾਨੇ। ਭਾਵ ਉਸ ਗੁਰਮੁਖ ਰੂਪ ਇਸਤਰੀ ਨੂੰ ਜ਼ਮਾਨੇ ਦਾ ਅਰਥਾਤ ਭਿਆਨਕ ਸਮੇਂ ਦਾ ਦੁੱਖ ਨਹੀਂ ਹੁੰਦਾ ਜੀ। ਜੋ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਵਿੱਚ ਜੁੜ ਬੈਠਦੇ ਹਨ ਜੀ, ਉਹਨਾਂ ਨੂੰ ਇਹਨਾਂ ਬਾਹਰ ਦੀਆਂ ਚੀਜ਼ਾਂ ਦਾ ਕੋਈ ਦੁੱਖ ਨਹੀਂ ਹੈ ਜੀ, ਔਰ ਨਾ ਹੀ ਉਹਨਾਂ ਨੂੰ ਕੋਈ ਜਨਮ ਮਰਨ ਦਾ ਡਰ ਹੈ ਜੀ। ਫਿਰ ਗੁਰੂ ਜੀ ਦੱਸਦੇ ਹਨ ਕਿ ਇਸ ਦੇਸ਼ ਵਿੱਚ ਇਸਤਰੀ ਦਾ ਆਪਣੇ ਮਰੇ ਹੋਏ ਪਤੀ ਨਾਲ ਸੜ ਜਾਣਾ ਸਤੀ ਹੋਣ ਦਾ ਪ੍ਰਤੀਕ ਸਮਝਿਆ ਜਾਂਦਾ ਸੀ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਸਾਡੇ ਗੁਰੂਆਂ ਨੇ ਅਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਇਸ ਕੁਰੀਤੀ ਰਿਵਾਜ ਦਾ ਜਿੱਥੇ ਵਿਰੋਧ ਕੀਤਾ ਹੈ ਜੀ, ਉੱਥੇ ਨਾਲ ਹੀ ਸਤੀ ਦੀ ਪਰਿਭਾਸ਼ਾ ਨੂੰ ਇਉਂ ਅੰਕਿਤ ਕੀਤਾ ਹੈ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੇਜ ਸਫੇ ਪੰਨੇ 787 'ਤੇ ਇਹਨਾਂ ਪੰਕਤੀਆਂ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ, ਸਤਿਆ ਇਹ ਨਾ ਆਖੀਅਨ ਜੋ ਮੜਿਆ ਲਗ ਜਲਨ, ਨਾਨਕ ਸਤਿਆ ਜਾਣੀਅਨ ਜੇ ਬਿਰਹੇ ਚੋਟ ਮਰਨ। ਇਸ ਸ਼ਬਦ ਵਿੱਚ ਗੁਰੂ ਜੀ ਦੱਸਦੇ ਹਨ ਕਿ ਜਿਸ ਤਰ੍ਹਾਂ ਇਸ ਸ਼ਬਦ ਦੀ ਪੰਕਤੀ ਵਿੱਚ ਗੁਰੂ ਜੀ ਦੱਸਦੇ ਹਨ, ਦੇਖਾ ਦੇਖੀ ਮਨ ਹਠ ਜਲ ਜਾਈਏ, ਪ੍ਰੀ ਸੰਗ ਨਾ ਪਾਵੇ ਬਹੁ ਜੋਨ ਭਵਾਈਏ। ਇਹ ਸੰਸਾਰ ਦੀ ਭੇਡਾ ਚਾਲ ਹੈ। ਫਿਰ ਗੁਰੂ ਜੀ ਇਸ ਪੰਕਤੀ ਵਿੱਚ ਸਾਨੂੰ ਦੱਸਦੇ ਹਨ, ਜਗ ਕੀ ਭੇਡਾ ਚਾਲ ਪਾਛੇ ਕੇ ਪਾਛੇ ਚਲੇ, ਪਰਮਾਰਥ ਨਾ ਸਮਾਲ ਦੇਖੋ ਜਗ ਕੀ ਮੂੜਤਾ। ਫਿਰ ਗੁਰੂ ਜੀ ਸਾਨੂੰ ਦੱਸਦੇ ਹਨ, ਗੁਰੂ ਸਾਹਿਬ ਅਜਿਹੀਆਂ ਜੀਵ ਇਸਤਰੀਆਂ ਨੂੰ ਇਸ ਸੁੰਦਰ ਸਿੱਖਿਆ ਦੁਆਰਾ ਸਮਝਾਉਂਦੇ ਹਨ ਕਿ ਸੰਸਾਰ ਵਿੱਚ ਨਾ ਕੋਈ ਆਪਣੇ ਆਪ ਆਉਂਦਾ ਹੈ ਜੀ, ਅਤੇ ਨਾ ਕੋਈ ਆਪਣੇ ਆਪ ਨੂੰ ਮਾਰਦਾ ਹੈ ਜੀ। ਪਰਮੇਸ਼ਰ ਦੇ ਬਣਾਏ ਹੋਏ ਨਿਯਮ ਹਨ ਜੀ, ਜੋ ਕਿ ਇੱਕ ਸੰਜੋਗ ਅਤੇ ਦੂਜਾ ਵਿਜੋਗੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਹੜੇ ਸੰਸਾਰ ਦੀ ਕਾਰ ਨੂੰ ਚਲਾ ਰਹੇ ਹਨ ਜੀ। ਫਿਰ ਗੁਰੂ ਜੀ ਇਸ ਸ਼ਬਦ ਦੀ ਇਸ ਪੰਕਤੀ ਵਿੱਚ ਦੱਸਦੇ ਹਨ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਗੁਰੂ ਜੀ ਦੱਸਦੇ ਹਨ, ਜਿਤਨੀ ਉਮਰ ਕਿਸੇ ਦੀ ਤੁਰੋਂ ਲਿਖਾਈ ਗਈ ਹੈ ਜੀ, ਲਿਖੀ ਹੋਈ ਹੈ ਜੀ, ਉਤਨੀ ਉਮਰ ਭੋਗ ਕੇ ਉਹ ਟੁਰ ਪਵੇਗਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਵੇਖਾ ਵੇਖੀ ਸਤੀ ਸੜਨ ਦੀ ਬਜਾਏ ਜੇ ਗੁਰਮੁਖ ਰੂਪ ਇਸਤਰੀ ਸੀਲ ਸੰਜਮ ਪਤੀਵਰਤਾ ਧਰਮ ਉੱਤੇ ਕਾਇਮ ਰਹੇ ਤਾਂ ਨਿਸ਼ਚੈ ਜਾਣੋ ਉਸ ਨੂੰ ਰੱਬੀ ਦਰਗਾਹ ਵਿੱਚ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਵਿਆਪ ਸਕਦਾ ਜੀ। ਉਹ ਸਦਾ ਸੁਖੀ ਰਹੇਗੀ ਜੀ। ਅਤੇ ਅੰਤ ਵਿੱਚ ਇਸ ਸ਼ਬਦ ਦੀਆਂ ਇਹਨਾਂ ਪੰਕਤੀਆਂ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ, ਕਉ ਨਾਨਕ ਜਿਨ ਪ੍ਰਿਓ ਪਰਮੇਸ਼ਰ ਕਰ ਜਾਣਿਆ, ਧਨ ਸਤੀ ਦਰਗੇ ਪਰਵਾਨਿਆ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।